ਇਹ ਸਾਰੇ ਜੱਟਾਂ ਲਈ ਨਹੀਂ ਹੈਗਾ ਕਿ ਸਾਰੇ ਜੱਟਾਂ ਨੂੰ OBC ਕੈਟਾਗਰੀ 'ਚ ਪਾ ਦੇਣਾ। ਸਾਡੀ ਮੇਨ ਮਕਸਦ ਜੀ ਜਿਹੜਾ ਨੌਜਵਾਨ ਪੀੜ੍ਹੀ ਉਹਨੂੰ ਜਾਟਾਂ ਦੀ ਡਿਮਾਂਡਾਂ ਨਾਲ ਜੋੜਨਾ। BJP ਦੀ ਸੈਂਟਰ ਸਰਕਾਰ ਹੈ, ਉਹ ਤੁਸੀਂ ਦੇਖ ਹੀ ਲਿਆ ਕਾਲੇ ਕਾਨੂੰਨਾਂ ਦੇ ਤਹਿਤ ਇਹ ਬਹੁਤ ਐਂਟੀ ਫਾਰਮਰ ਇੱਕ ਗਵਰਨਮੈਂਟ ਉੱਭਰ ਕੇ ਆਈ ਹੈ। ਤੇ ਸਾਡਾ ਪਿਛੜਾ ਵਰਗ ਹੈ ਜਾਟਾਂ ਦਾ, ਜਿਹੜਾ ਜਿਨ੍ਹਾਂ ਦੀ ਆਮਦਨ 8 ਲੱਖ ਤੋਂ ਘੱਟ ਸਾਲ ਦੀ ਹੈਗੀ ਹੈ, ਉਹਨਾਂ ਨੂੰ OBC ਕੈਟਾਗਰੀ 'ਚ ਪਾਉਣਾ, ਉਹਨਾਂ ਦੇ ਨਾਲ ਇੱਕ ਜਾਟ ਵੈਲਫੇਅਰ ਬੋਰਡ ਬਣਵਾਉਣਾ। ਇਹੋ ਜਿਹੇ ਬੰਦੇ ਨੇ ਜਿਹੜੇ ਇਸ ਚੀਜ਼ ਦਾ ਨਜਾਇਜ਼ ਫਾਇਦਾ ਉਠਾ ਰਹੇ। ਇਹ ਕਿਸਾਨੀ ਅੰਦੋਲਨ ਦੇ ਵਿੱਚ ਉਹ ਆਪਣੀ ਕੋਈ ਪਰਸਨਲ ਰੰਜਿਸ਼ਾਂ ਵੀ ਕੋਈ ਕੱਢ ਰਹੇ ਬੰਦੇ। ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਰਵੀ ਸੰਗਰਾਹੁਰ। ਅੱਜ ਆਲ ਇੰਡੀਆ ਜਾਟ ਮਹਾਸਭਾ ਦੇ ਵੱਲੋਂ ਆਪਣੀ ਨਵੇਂ ਜਿਹੜੇ ਯੂਥ ਦੇ ਚਿਹਰੇ ਨੇ ਉਹਨਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ, ਜਾਨੀ ਲੀਡਰਸ਼ਿਪ ਦੇ ਵਿੱਚ ਵਾਧਾ ਕੀਤਾ ਗਿਆ। ਇਸ ਮਕਸਦ ਦੇ ਲਈ ਕਿ ਇਸ ਸੰਗਠਨ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ। ਔਰ ਫਤਿਹ ਜੰਗ ਬਾਜਵਾ ਵਿਧਾਇਕ ਨੇ ਉਹਨਾਂ ਦੇ ਫਰਜ਼ੰਦ ਕੰਵਰ ਪ੍ਰਤਾਪ ਬਾਜਵਾ ਹੋਰਾਂ ਨੂੰ ਜਿਹੜਾ ਯੂਥ ਵਿੰਗ ਦਾ ਪ੍ਰਧਾਨ ਥਾਪਿਆ ਗਿਆ। ਬਾਜਵਾ ਜੀ, ਕਿਸ ਤਰ੍ਹਾਂ ਦੇ ਨਾਲ ਕੰਮ ਕਰੋਗੇ ਇਸ ਦੇ ਵਿੱਚ ਯੂਥ ਨੂੰ ਨਾਲ ਜੋੜਨ ਦੇ ਲਈ? ਕੀ ਕੁਝ ਪਲੈਨਿੰਗਸ ਰਹਿਣਗੀਆਂ? ਪਹਿਲਾਂ ਤਾਂ ਜੀ ਮੈਂ ਬਹੁਤ ਆਲ ਇੰਡੀਆ ਜਾਟ ਮਹਾਸਭਾ ਦਾ ਧੰਨਵਾਦੀ ਹਾਂ। ਸਾਡੇ ਪੰਜਾਬ ਪ੍ਰਧਾਨ, ਆਲ ਇੰਡੀਆ ਪ੍ਰਧਾਨ ਤੇ ਟਕੈਤ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਯੋਗ ਸਮਝਿਆ ਕਿ ਮੈਨੂੰ ਪੰਜਾਬ ਜਾਟ ਮਹਾਸਭਾ ਦੇ ਯੂਥ ਵਿੰਗ ਦਾ ਇਹਨਾਂ ਨੇ ਮੈਨੂੰ ਪ੍ਰਧਾਨ ਬਣਾਇਆ। ਤੇ ਜਿੱਦਾਂ ਕਿ ਤੁਸੀਂ ਪੁੱਛਿਆ, ਸਾਡੀ ਮੇਨ ਮਕਸਦ ਜੀ ਜਿਹੜਾ ਨੌਜਵਾਨ ਪੀੜ੍ਹੀ ਉਹਨੂੰ ਜਾਟਾਂ ਦੀ ਡਿਮਾਂਡਾਂ ਨਾਲ ਜੋੜਨਾ, ਕਿਉਂਕਿ ਮੈਜੋਰਿਟੀ ਪੰਜਾਬ ਦੇ ਵਿੱਚ ਜੱਟਾਂ ਦੀ ਪੋਪੂਲੇਸ਼ਨ ਹੈਗੀ ਹੈ। ਉਹਨਾਂ ਦੀ ਡਿਮਾਂਡਸ ਜਿਹੜੇ ਸਾਡਾ ਪਿਛੜਾ ਵਰਗ ਹੈ ਜਾਟਾਂ ਦਾ, ਜਿਹੜਾ ਜਿਨ੍ਹਾਂ ਦੀ ਆਮਦਨ 8 ਲੱਖ ਤੋਂ ਘੱਟ ਸਾਲ ਦੀ ਹੈਗੀ ਹੈ, ਉਹਨਾਂ ਨੂੰ OBC ਕੈਟਾਗਰੀ 'ਚ ਪਾਉਣਾ, ਉਹਨਾਂ ਦੇ ਨਾਲ ਇੱਕ ਜਾਟ ਵੈਲਫੇਅਰ ਬੋਰਡ ਬਣਵਾਉਣਾ, ਤੇ ਨਾਲ ਅੱਜ ਦੀ ਜਿਹੜੀ ਪ੍ਰੈਜ਼ੈਂਟ ਸਿਚੁਏਸ਼ਨ ਹੈ ਉਹ ਦੇਖਦਿਆਂ ਹੋਇਆਂ ਸਭ ਤੋਂ ਸਾਡਾ ਅਹਿਮ ਮੁੱਦਾ ਇਸ ਟਾਈਮ ਇਹ ਰਹੂਗਾ ਕਿ ਨੌਜਵਾਨੀ ਨੂੰ ਖਾਸ ਕਰਕੇ ਅਰਬਨ ਏਰੀਆਜ਼ ਦੇ ਵਿੱਚ ਤੇ ਰੂਰਲ ਏਰੀਆਜ਼ ਦੇ ਵਿੱਚ, ਦੋਨਾਂ ਦੇ ਵਿੱਚ ਆਪਾਂ ਨੌਜਵਾਨੀ ਨੂੰ, ਸਾਡੀ ਭੈਣਾਂ ਨੂੰ, ਭਰਾਵਾਂ ਨੂੰ, ਦੋਨਾਂ ਨੂੰ ਕਿਸਾਨੀ ਨਾਲ ਜੋੜਨਾ ਤੇ ਉਸ ਸੰਯੁਕਤ ਕਿਸਾਨ ਮੋਰਚੇ ਦੇ ਜਿਹੜਾ ਮੋਰਚਾ ਉਹਨੂੰ ਹੋਰ ਤਗੜਾ ਕਰਨਾ। ਬਾਜਵਾ ਜੀ, ਜਿਹੜੀਆਂ ਡਿਮਾਂਡਸ ਤੁਸੀਂ ਰੱਖ ਰਹੇ ਹੋ ਉਹਨਾਂ ਦੇ ਵਿੱਚ ਤੁਸੀਂ ਕਿਹਾ ਕਿ OBC ਕੈਟਾਗਰੀ ਦੇ ਵਿੱਚ ਜਿਹੜੇ ਗਰੀਬ ਜੱਟ ਨੇ ਉਹਨਾਂ ਨੂੰ ਲਿਆਂਦਾ ਜਾਵੇ, ਪਰ ਇਸ ਸਭ ਦੇ ਵਿਚਾਲੇ ਇੱਕ ਜਥੇਬੰਦੀ ਬਣੀ ਸਾਹਨੇਵਾਲ ਦੇ ਪਾਸਿਓਂ, ਕੋਈ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੂੰ ਜਨਰਲ ਦੇ ਵਿੱਚੋਂ, ਜਾਣੀ ਉਹ ਵੀ ਜਨਰਲ ਕੈਟਾਗਰੀ ਦੇ ਸੀ ਔਰ ਜੱਟ ਸੀ, ਉਹਨਾਂ ਨੂੰ BC ਦੇ ਵਿੱਚ ਲਿਆਂਦਾ ਗਿਆ ਕਿ ਤੁਹਾਨੂੰ ਕੁਝ ਜਿਹੜੀਆਂ ਸਹੂਲਤਾਂ ਨੇ ਉਹ ਮਿਲਦੀਆਂ ਰਹਿਣਗੀਆਂ ਅਕਾਲੀ ਦਲ ਦੀ ਸਰਕਾਰ ਵੇਲੇ। ਉਹਨਾਂ ਨੇ ਕਲੇਮ ਕੀਤਾ ਕਿ ਸਾਨੂੰ ਇਹ ਨਹੀਂ ਚਾਹੀਦਾ, ਸਾਨੂੰ ਸਾਡੀ ਰਿਸਪੈਕਟ ਚਾਹੀਦੀ ਹੈ, ਸਾਨੂੰ ਜਨਰਲ ਕੈਟਾਗਰੀ ਦੇ ਵਿੱਚ ਰੱਖੋ, ਸਾਨੂੰ ਕੋਈ ਸਹੂਲਤ ਨਹੀਂ ਚਾਹੀਦੀ। ਤੁਸੀਂ ਇਹ ਕਹਿ ਰਹੇ ਹੋ ਕਿ ਜਨਰਲ ਕੈਟਾਗਰੀ ਦੇ ਵਿੱਚੋਂ OBC 'ਚ ਲਿਆਓ ਤਾਂ ਕਿ ਉਹਨਾਂ ਨੂੰ ਰਿਜ਼ਰਵੇਸ਼ਨ ਮਿਲੇ। ਹੁਣ ਇਹ ਜਸਟੀਫਾਈ ਕਿਵੇਂ ਹੋ? ਇਹ ਜੀ ਜਿੱਦਾਂ ਤੁਸੀਂ ਕਿਹਾ ਹੈ, ਇਹ ਸਿਰਫ ਤੇ ਸਿਰਫ ਇਹ ਸਾਰੇ ਜੱਟਾਂ ਲਈ ਨਹੀਂ ਹੈਗਾ ਕਿ ਸਾਰੇ ਜੱਟਾਂ ਨੂੰ OBC ਕੈਟਾਗਰੀ 'ਚ ਪਾ ਦੇਣਾ। ਸਿਰਫ ਕਈ ਜਿਹੜੇ ਚੁਣਿੰਦਾ ਪਰਿਵਾਰ ਨੇ ਜਿਨ੍ਹਾਂ ਦੀ ਆਮਦਨ ਇੱਕ 8 ਲੱਖ ਤੋਂ ਘੱਟ, ਜਿੱਦਾਂ ਮੈਂ ਤੁਹਾਨੂੰ ਕਿਹਾ ਹੈ, ਸਾਲ ਦੀ ਹੈਗੀ ਹੈ, ਜਿਹੜੇ ਪਾਵਰਟੀ ਲਾਈਨ ਦੇ ਬਿਲਕੁਲ ਨੇੜੇ ਨੇ, ਉਹਨਾਂ ਲਈ ਆਪਾਂ ਰਿਜ਼ਰਵੇਸ਼ਨ ਇਸ ਲਈ ਕਰ ਰਹੇ ਹਾਂ ਤਾਂ ਕਿ ਉਹਨਾਂ ਲਈ ਆਪਾਂ ਇੱਕ ਬੈਟਰ ਫਿਊਚਰ ਕਰ ਸਕੀਏ, ਭਾਵੇਂ ਉਹ ਐਡਮਿਸ਼ਨਸ ਦੇ ਰਿਗਾਰਡਿੰਗ ਹੋਵੇ, ਭਾਵੇਂ ਜੌਬਸ ਦੇ ਰਿਗਾਰਡਿੰਗ ਹੋਵੇ, ਭਾਵੇਂ ਹੋਰ ਕਿਤੇ ਜਿੱਥੇ ਉਹਨਾਂ ਨੂੰ ਰਿਜ਼ਰਵੇਸ਼ਨ ਮਿਲ ਸਕੇ। ਉਹ ਆਪਾਂ ਉਹਨਾਂ ਦੀ ਡਿਮਾਂਡ ਹੀ ਹੈ ਜੀ। ਦੇਖੋ, ਹਰ ਡਿਮਾਂਡ ਪਿੱਛੇ ਤੁਹਾਨੂੰ 100% ਤੇ ਵੋਟ ਕੀ ਕਹਿੰਦੇ ਕਿਸੇ ਦੀ ਚੀਜ਼ ਲਈ ਵੀ ਨਹੀਂ ਮਿਲਦੀ, ਪਰ ਮੈਜੋਰਿਟੀ ਜਿੱਥੇ ਕਹੂਗੀ, ਮੈਜੋਰਿਟੀ ਦਾ ਇਹ ਕਹਿਣਾ ਸੀ ਕਿ ਸਾਨੂੰ ਸਾਡੇ ਉਹਨਾਂ ਦੀ ਲਾਈਵਲੀਹੁੱਡ ਬੈਟਰ ਹੋ ਜਾਊਗੀ। ਜਾਨੀ ਸਹਿਮਤੀ ਮਿਲੀ ਹੈ? ਤੁਸੀਂ ਸਹਿਮਤੀ ਲੈ ਰਹੇ ਹੋ? ਹਾਂਜੀ, ਬਿਲਕੁਲ ਜੀ, ਬਿਲਕੁਲ। ਸਾਡਾ ਜਦੋਂ ਸਾਡੀ ਬਾਡੀ ਉਸ ਬੇਸਿਸ ਤੇ ਬਣੀ ਹੈ ਤੇ ਤੁਸੀਂ ਆਪ ਹੀ ਮੰਨ ਸਕਦੇ ਹੋ, ਜਦੋਂ ਬਾਡੀ ਦੀ ਮੇਨ ਡਿਮਾਂਡ ਅੱਜ ਤੋਂ ਨਹੀਂ ਕਾਫੀ ਸਾਲਾਂ ਤੋਂ ਹੀ ਚੱਲਦੀ ਆ ਰਹੀ ਹੈ ਤੇ ਸਾਡੀ ਵਨ ਆਫ ਦਾ ਮੇਜਰ ਡਿਮਾਂਡਸ ਹੈ, ਤੇ ਉਸ ਕਰਕੇ ਤੇ ਇਹ ਓਬਵੀਅਸਲੀ ਕੋਈ ਸਹਿਮਤੀ ਬਣੀ ਹੋਣੀ ਹੈ ਤਾਂ ਹੀ ਆਪਾਂ ਇਹ ਡਿਮਾਂਡ ਰੇਜ਼ ਕਰ ਰਹੇ ਹਾਂ। ਠੀਕ ਹੈ, ਇਹ ਅਧਿਕਾਰ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਲ ਹੀ ਹੈ ਤੇ ਤੁਹਾਡੀ ਜਥੇਬੰਦੀ ਦੇ ਕੌਮੀ ਪ੍ਰਧਾਨ ਵੀ ਹੈ। ਤੁਹਾਨੂੰ ਕੀ ਲੱਗਦਾ ਇਹਦੇ ਲਈ ਕੋਈ ਸਟਰਗਲ ਕਰਨਾ ਪਊਗਾ ਜਾਂ ਸੌਖੇ ਤਰੀਕੇ ਤੁਹਾਡੀ ਸਭਾ ਇਹ ਜਿਹੜੀਆਂ ਤੁਹਾਡੀਆਂ ਡਿਮਾਂਡਸ ਨੇ ਕੰਪਲੀਟ ਕਰਵਾ ਸਕਦੇ? ਜੀ, ਇਹ ਨਾ ਤੁਸੀਂ ਅਗਰ ਪਿੱਛੇ ਦੇਖਿਆ ਹੋਣਾ, ਲੋਕ ਸਭਾ 'ਚ ਹੁਣੇ ਲਾਸਟ ਮੰਥ ਹੀ ਇੱਕ ਬਿੱਲ ਪਾਸ ਹੋਇਆ ਜਿਹਦੇ ਵਿੱਚ ਮੋਦੀ ਸਰਕਾਰ ਨੇ ਪਹਿਲਾਂ ਰਾਈਟ ਲੈ ਲਈ ਸੀ ਸਟੇਟਸ ਦੇ ਵਿੱਚੋਂ ਕਿ OBC ਦੇ ਵਿੱਚ ਰਿਜ਼ਰਵੇਸ਼ਨ ਕਰਨ ਨੂੰ। ਹੁਣ ਲਾਸਟ ਮਹੀਨੇ ਉਹਨਾਂ ਨੇ ਵਾਪਸ ਦਿੱਤੀ ਹੈ, ਸਾਰੀ ਸਟੇਟਸ ਨੂੰ ਅਧਿਕਾਰ ਦਿੱਤਾ ਹੈ ਕਿ ਜਿਹੜੀ ਸਟੇਟਸ ਜਿਹਨੂੰ ਚਾਹਣ ਉਹਨੂੰ OBC ਕੈਟਾਗਰੀ 'ਚ ਪਾ ਸਕਦੇ ਨੇ। ਹੁਣ ਜਾ ਕੇ ਜਦੋਂ ਇਹ ਬਾਰ ਖੁੱਲ੍ਹਿਆ, ਉਸ ਕਰਕੇ ਹੁਣ ਆਪਾਂ ਕੈਪਟਨ ਅਮਰਿੰਦਰ ਸਿੰਘ ਜੀ ਕੋਲ ਜਾਵਾਂਗੇ, ਜਿਹੜੀਆਂ ਸਾਡੀਆਂ ਡਿਮਾਂਡਸ ਹੈ ਉਹਨਾਂ ਕੋਲ ਰੱਖਾਂਗੇ। ਤੇ ਮੈਨੂੰ ਨਹੀਂ ਲੱਗਦਾ, ਕਿਉਂਕਿ ਇਹ ਹਰਪਾਲ ਜੀ ਨੇ ਵੀ ਤੁਹਾਨੂੰ ਪ੍ਰੈਸ ਕਾਨਫਰੰਸ 'ਚ ਦੱਸਿਆ ਕਿ ਉਹ ਔਨ ਟੇਬਲ ਨੇ,
ਇਹਦੇ ਪਿੱਛੇ ਹੋਮਵਰਕ ਚੱਲ ਰਿਹਾ ਹੈ, ਇਹਦੇ ਜਿਹੜਾ ਸਰਵੇ ਹੋਏ ਹੋ ਰਹੇ ਨੇ ਤੇ ਬਹੁਤ ਜਲਦੀ ਤੁਹਾਨੂੰ ਇਹ ਖੁਸ਼ਖਬਰੀ ਦੇਵਾਂਗੇ ਤੇ ਜਿੰਨੀ ਡਿਮਾਂਡਸ ਨੇ ਉਹ ਆਪਾਂ ਛੇਤੀ ਤੋਂ ਛੇਤੀ ਫੁੱਲ। ਬਾਜਵਾ ਜੀ ਕਈ ਗੱਲਾਂ ਇਹਦੇ ਵਿੱਚ ਸਮਝਣੀਆਂ ਪੈਣਗੀਆਂ। ਇੱਕ ਤੁਸੀਂ ਡਿਮਾਂਡ ਰੱਖੀ ਕਿ ਜਿਹੜਾ ਕਣਕ ਜਾਂ ਝੋਨੇ ਦਾ ਰੇਟ ਹੈ ਉਹ 40 ਰੁਪਏ ਨਹੀਂ ਵਧਾਉਣਾ ਚਾਹੀਦਾ। ਤੁਸੀਂ ਡਿਮਾਂਡ ਰੱਖੀ ਹੈ ਕਿ 3000 ਰੁਪਏ ਪ੍ਰਤੀ ਕੁਇੰਟਲ ਹੋਣਾ ਚਾਹੀਦਾ। ਠੀਕ ਹੈ, ਕਿਸਾਨ ਨੂੰ ਜ਼ਰੂਰਤ ਹੈ ਕਿ ਉਹਨਾਂ ਨੂੰ ਰੇਟ ਵੱਧ ਤੋਂ ਵੱਧ ਮਿਲੇ, ਉਹਨਾਂ ਨੂੰ ਤਾਂ ਸਵਾਮੀਨਾਥਨ ਦੀ ਰਿਪੋਰਟ ਵੀ ਮਿਲੇ, ਇਹਦਾ ਵੀ ਸਾਰੇ ਜਿਹੜੇ ਨੇ ਸਮਰਥਨ ਕਰਦੇ ਨੇ। ਪਰ ਇਸ ਸਭ ਦੇ ਵਿਚਾਲੇ ਉਹ ਕੈਟਾਗਰੀਜ਼ ਯਾਨੀ ਗਰੀਬ ਕੈਟਾਗਰੀਜ਼ ਜਿਹੜੀਆਂ SC ਨੇ, ਜਿਨ੍ਹਾਂ ਨੇ ਖਰੀਦ ਕੇ ਖਾਣਾ, ਉਹਨਾਂ ਦਾ ਧਿਆਨ ਰੱਖਿਆ ਜਾ ਰਿਹਾ ਇਹਦੇ ਵਿੱਚ ਕਿ ਜੇ 3000 ਹੋਊਗੀ, ਉਹ ਅੱਜ 1700 1800 1900 ਨੂੰ ਵੀ ਖਰੀਦ ਨਹੀਂ ਪਾ ਰਹੇ। ਉਹਨਾਂ ਨੂੰ ਕਣਕ ਲੈਣ ਦੇ ਵਾਸਤੇ ਕਿਸੇ ਦੇ ਨਾਲ ਇਹ ਸੰਧੀ ਕਰਨੀ ਪੈਂਦੀ ਹੈ ਕਿ ਅਸੀਂ ਤੁਹਾਡੇ ਨਾਲ ਮਹੀਨਾ ਜਾਂ 2 ਮਹੀਨੇ ਕੰਮ ਕਰਾਂਗੇ। ਕੀ ਉਸ ਕੈਟਾਗਰੀ ਨੂੰ ਧਿਆਨ 'ਚ ਰੱਖਿਆ ਜਾ ਰਿਹਾ? ਕਿਉਂਕਿ ਨਾਰਾ ਲਗਾਤਾਰ ਲੱਗਦਾ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਤਾਂ ਕਿ ਕੋਈ ਕਲੇਮ ਨਾ ਕਰੇ ਇਸ ਨੂੰ। ਨਹੀਂ, ਤੁਸੀਂ ਕਹਿ ਰਹੇ ਹੋ ਕਿ ਜਿਹੜੀ ਸ਼ੈਡਿਊਲ ਕਾਸਟ ਨੂੰ ਪ੍ਰੋਬਲਮ ਆ ਰਹੀ ਹੈ ਲੈਣ 'ਚ। ਦੇਖੋ, ਜਿਹੜੇ ਸੈਂਟਰ ਦੇ ਵੱਲੋਂ ਜਿਹੜੀ ਮਨਮੋਹਨ ਸਿੰਘ ਦੇ ਵੱਲੋਂ ਸਕੀਮ ਚਲਾਈ ਗਈ ਸੀ ਰਾਸ਼ਨ ਵੰਡਣ ਦੀ, ਕਣਕ ਤੇ ਆਟਾ ਦਾਲ ਸਕੀਮ ਜਿਹੜੀ ਸਟਾਰਟ ਕੀਤੀ ਗਈ ਸੀ, ਕਾਂਗਰਸ ਸਰਕਾਰ ਵੇਲੇ ਹੀ ਸਟਾਰਟ ਕੀਤੀ ਗਈ ਸੀ। ਜਿੱਥੇ ਤੱਕ ਕਿਸਾਨ ਹਿਤੈਸ਼ੀ ਹੋਣ ਦੀ ਗੱਲ ਹੈ, ਜਿੱਥੇ ਤੱਕ ਕੀ ਕਹਿੰਦੇ ਨੇ ਪੰਜਾਬ 'ਚ ਕਿਸਾਨੀ ਦੀ ਅਹਿਮੀਅਤ ਦੀ ਗੱਲ ਹੈ, ਕੈਪਟਨ ਸਾਹਿਬ ਨੇ ਪਿੱਛੇ ਵੀ ਇੱਕ ਟਵੀਟ ਕੀਤਾ ਸੀ, ਉਹਦੇ ਵਿੱਚ ਉਹਨਾਂ ਨੇ ਸਾਰੀ ਗੱਲਾਂ ਦੱਸੀਆਂ, ਜਿਹਦੇ ਵਿੱਚ ਕਿ ਟਾਈਮ ਸਿਰ ਜਿਹੜੀ ਲਿਫਟਮੈਂਟ ਜਿਹੜੀ ਝੋਨੇ ਦੀ ਤੇ ਕਣਕ ਦੀ ਜਿਹੜੀ ਇਹਨਾਂ ਦੀ ਫਸਲ ਦੀ ਚੁਕਾਈ ਹੈ ਉਹ ਟਾਈਮ ਸਿਰ ਹੋਣਾ, ਨਾਲ ਜਿਹੜੀ ਫੈਸਿਲਿਟੀਜ਼ ਆਪਾਂ ਕਿਸਾਨਾਂ ਨੂੰ ਪ੍ਰੋਵਾਈਡ ਕਰ ਰਹੇ ਹਾਂ, ਭਾਵੇਂ ਇਹਨਾਂ ਦੇ ਬਿੱਲ ਮਾਫ ਕੀਤੇ ਨੇ, ਭਾਵੇਂ ਕਰਜ਼ੇ ਮਾਫ ਕੀਤੇ, ਭਾਵੇਂ ਜੌਬਸ ਦਿੱਤੀਆਂ ਹੁਣ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉੱਥੇ। ਤੇ ਉਸ ਕਰਕੇ ਮੈਂ ਇਹ ਸਮਝਦਾ ਕਿ ਜਿਹੜੀ BJP ਦੀ ਸੈਂਟਰ ਸਰਕਾਰ ਹੈ ਉਹ ਤੁਸੀਂ ਦੇਖ ਹੀ ਲਿਆ ਕਾਲੇ ਕਾਨੂੰਨਾਂ ਦੇ ਤਹਿਤ ਇਹ ਬਹੁਤ ਐਂਟੀ ਫਾਰਮਰ ਇੱਕ ਗਵਰਨਮੈਂਟ ਉੱਭਰ ਕੇ ਆਈ ਹੈ। ਇਸ ਕਰਕੇ ਜਿਹੜੀ ਸਾਡੀ ਕੋਸ਼ਿਸ਼ ਇਹ ਹੈ ਕਿ ਜਿੱਦਾਂ ਕਰਨਾਲ 'ਚ ਹੁਣੇ ਪਿੱਛੇ ਕਿਸਾਨਾਂ ਨੇ ਸਰਕਾਰ ਨੂੰ ਮਜਬੂਰ ਕਰਤਾ ਆਪਣੀ ਡਿਮਾਂਡਸ ਮੰਗਣ ਨੂੰ ਤੇ ਸਰਕਾਰੀ ਨੌਕਰੀ ਦਵਾਈ ਤੇ ਕੰਪਨਸੇਸ਼ਨ ਵੀ ਦਵਾਈ ਹੈ, ਉੱਦਾਂ ਹੀ ਕਾਲੇ ਕਾਨੂੰਨ ਵੀ ਆਪਾਂ ਵਾਪਸ ਕਰਾਵਾਂਗੇ। ਜਿੱਦਾਂ ਹੀ ਇਹ ਹੋ ਜਾਣਗੇ ਠੀਕ, ਤੇ ਓਬਵੀਅਸਲੀ ਆਪਣੀ ਕਿਸਾਨੀ ਦਾ ਇੱਕ ਬਹੁਤ ਵੱਡਾ ਫਾਇਦਾ ਹੋਊਗਾ। ਲਾਸਟ ਵਾਲਾ ਬਾਜਵਾ ਜੀ, ਤੁਸੀਂ ਕਿਹਾ ਕਿ ਕਰਨਾਲ ਦੇ ਵਿੱਚ ਲਾਠੀ ਚਾਰਜ ਹੋਇਆ, ਤੁਹਾਡੇ ਪ੍ਰੈਸ ਨੋਟ ਦੇ ਵਿੱਚ ਵੀ ਹੈ ਕਿ ਉਹਦੀ ਤੁਸੀਂ ਨਿੰਦਾ ਕਰਦੇ ਹੋ। ਪਿਛਲੇ ਦਿਨੀ ਮੋਗੇ ਦੇ ਵਿੱਚ ਵੀ ਹੋਇਆ ਸੀ, ਪੰਜਾਬ ਸਰਕਾਰ ਨੇ ਕਰਵਾਇਆ ਸੀ, ਕਿ ਉਹਦੀ ਵੀ ਨਿੰਦਾ ਕਰਦੇ ਹੋ ਜਾਂ ਉਸੇ ਤਰਜ਼ ਤੇ? ਕਿਉਂਕਿ ਹਾਲੇ ਤੱਕ ਮਾਮਲੇ ਵੀ ਜਿਹੜੇ ਨੇ ਉਹ ਉਸੇ ਤਰ੍ਹਾਂ ਦੇ ਨਾਲ ਚੱਲ ਰਹੇ ਆ ਔਰ ਕਿਸਾਨ ਡਿਮਾਂਡ ਕਰ ਰਹੇ ਨੇ ਕਿ ਉਹਨਾਂ ਨੂੰ ਬਿਨਾਂ ਸ਼ਰਤ ਜਿਹੜਾ ਖਤਮ ਕਰ ਦਿੱਤਾ ਜਾਵੇ। ਕੀ ਜਿਹੀ ਡਿਮਾਂਡ ਵੀ ਕਰਦੇ ਹੋ, ਉਹਦੀ ਵੀ ਨਿੰਦਾ ਕਰਦੇ ਜੀ? ਉਹ ਜਿਹੜੀ ਮੋਗਾ ਦੇ ਵਿੱਚ ਤੁਸੀਂ ਹਾਈਲਾਈਟ ਕੀਤੀ ਹੈ ਗੱਲ, ਉਹ ਐਕਚੁਅਲੀ ਚੱਕਰ ਇਹ ਹੋ ਰਿਹਾ ਸੀ ਕਿ ਪੋਲੀਟੀਕਲ ਰੈਲੀਜ਼ ਹੋਣ ਕਰਕੇ ਤੇ ਕਿਸਾਨ ਕਈ ਕਿਸਾਨ ਉਸ ਦੇ ਆਪੋਜੀਸ਼ਨ 'ਚ ਵਿੱਚ ਸੀਗੇ, ਤੇ ਉਹ ਬੇਸਿਕਲੀ ਜਿਹੜੀ ਇਹ ਮਿਸਅੰਡਰਸਟੈਂਡਿੰਗ ਕਰਕੇ ਕਈ ਪਾਰਟੀਜ਼ ਦੇ ਵਿੱਚ ਕਿਸਾਨ ਕੋਈ ਨਾ ਕੋਈ ਪਾਰਟੀ ਨੂੰ ਤਾਂ ਬਿਲੋਂਗ ਕਰਦੇ ਹੀ ਕਰਦੇ ਨੇ, ਕਈ ਕਾਂਗਰਸ ਦੇ ਨੇ, ਕਈ ਅਕਾਲੀ ਦਲ ਦੇ ਨੇ, ਕੋਈ ਆਮ ਆਦਮੀ ਪਾਰਟੀ ਦੇ ਵੀ ਹੋਣ। ਐਂਡ ਆਫ ਦਾ ਡੇ ਤੇ ਸਾਰੇ ਪੰਜਾਬ ਦੇ ਵਾਸੀ ਨੇ, ਤੇ ਉਸ ਕਰਕੇ ਕੋਈ ਨਾ ਕੋਈ ਮਿਸਅੰਡਰਸਟੈਂਡਿੰਗਸ ਹੋਣ ਕਰਕੇ ਇਹੋ ਜੀ ਘਟਨਾ ਵਾਪਰੀ। ਤੇ ਮੈਂ ਇਸ ਗੱਲ ਦੀ ਜ਼ਰੂਰ ਨਿੰਦਾ ਕਰਦਾ, ਕਿਤੇ ਵੀ ਜਦੋਂ ਕਿਸਾਨ ਕੋਈ ਜਾਇਜ਼ ਮੰਗ ਉਠਾ ਰਿਹਾ, ਕੋਈ ਇਸ ਚੀਜ਼ ਦਾ ਬਹੁਤ ਇਹੋ ਜੀ ਬਾਡੀਜ਼ ਨੇ, ਬਹੁਤ ਇਹੋ ਜਿਹੇ ਬੰਦੇ ਨੇ ਜਿਹੜੇ ਇਸ ਚੀਜ਼ ਦਾ ਨਜਾਇਜ਼ ਫਾਇਦਾ ਉਠਾ ਰਹੇ ਇਹ ਕਿਸਾਨੀ ਅੰਦੋਲਨ ਦੇ ਵਿੱਚ, ਉਹ ਆਪਣੀ ਕੋਈ ਪਰਸਨਲ ਰੰਜਿਸ਼ਾਂ ਵੀ ਕੋਈ ਕੱਢ ਰਹੇ ਬੰਦੇ, ਤੇ ਉਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ। ਆਪਾਂ ਕਿਸਾਨੀ ਨਾਲ ਜਿਹੜਾ ਮੁੱਦਾ ਹੈ ਉਹਦੇ ਉਸ 'ਤੇ ਫੋਕਸ ਕਰੀਏ। ਜਿਹੜੇ ਸਾਡੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰਿਆਂ ਨੂੰ ਹੁਕਮ ਆਉਂਦਾ ਹੈ ਕਿ ਇਹ ਆਪਾਂ ਆਰਡਰ ਫੋਲੋ ਕਰਨ, ਤੇ ਆਪਾਂ ਉਹ ਕਰੀਏ, ਤੇ ਮੈਨੂੰ ਲੱਗਦਾ ਹੈ ਕਿ ਅੱਗੇ ਤੋਂ ਇਹ ਘਟਨਾ ਨਹੀਂ ਹੋਊਗੀ। ਤਾਂ ਇਹ ਸਨ ਕਮਰ ਪ੍ਰਤਾਪ ਬਾਜਵਾ, ਜਿਨ੍ਹਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਆ, ਔਰ ਕਿਉਂਕਿ ਇਹਨਾਂ ਦੀ ਜੋ ਜਥੇਬੰਦੀ ਹੈ ਉਸ ਦੇ ਕੌਮੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਆ, ਤੇ ਉਹਨਾਂ ਨੇ ਕਿਹਾ ਕਿ ਜੇਕਰ ਮੋਗੇ ਦੇ ਵਿੱਚ ਇਹ ਲਾਠੀਚਾਰਜ ਹੋਇਆ ਤਾਂ ਉਸ ਦੇ ਵਿੱਚ ਕੁਝ ਲੋਕ ਨੇ ਜਿਹੜੇ ਉਹ ਹੋਰ ਪਾਰਟੀਆਂ ਦੇ ਨਾਲ ਵੀ ਸੰਬੰਧਿਤ ਸੀ, ਜਿਵੇਂ ਪਹਿਲਾਂ ਵੀ ਇਲਜ਼ਾਮ ਜਿਹੜੀਆਂ ਸਿਆਸੀ ਪਾਰਟੀਆਂ ਲਾਉਂਦੀਆਂ ਰਹੀਆਂ, ਇਸ ਕਰਕੇ ਘਟਨਾਵਾਂ ਹੋਈਆਂ, ਪਰ ਉਹ ਇਸ ਦੀ ਨਿੰਦਾ ਜ਼ਰੂਰ ਕਰਦੇ ਨੇ। ਆਪਣੇ ਸਹਿਯੋਗੀ ਗਗਨ ਭਾਰਤੀ ਦੇ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ, ਚੰਡੀਗੜ੍ਹ।